ਵਾਹਿਗੁਰੂ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜਿਸ ਦਾ ਸਾਹਿਬ ਡਾਢਾ ਹੋਏ, ਤਿਸਨੂੰ ਮਾਰ ਨਾ ਸਾਕੈ ਕੋਇ। ਸਾਹਿਬ ਕੀ ਸੇਵਕ ਰਹਿ ਸਰਨਾਈ, ਆਪੇ ਬਖਸ਼ੇ ਦੇ ਵਡਿਆਈ। ਤਿਸ ਤੇ ਉਪਰ ਨਾਹੀ ਕੋਇ, ਕੌਣ ਡਰੈ ਡਰ ਕਿਸ ਕਾ ਹੋਏ। ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ। ਸਤਿਗੁਰਾਂ ਦੀ ਅਪਾਰ ਰਹਿਮਤ ਹੋਈ, ਪਾਵਨ ਹਜ਼ੂਰੀ ਵਿੱਚ ਸੱਜ ਕੇ ਧੁਰ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਸਕੇ ਹਾਂ। ਆਓ ਸਾਧ ਸੰਗਤ, ਜਿੱਥੇ ਬੜੇ ਪਿਆਰ ਅਦਬ ਦੇ ਨਾਲ ਕੀਰਤਨ ਦੇ ਵਿੱਚ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਸਤਿਗੁਰਾਂ ਦੇ ਪਾਵਨ ਸਲੋਕਾਂ ਦੀ ਚੱਲ ਰਹੀ ਵਿਚਾਰ ਦੇ ਵਿੱਚ ਵੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਜੋ ਅੱਜ ਦਾ ਪਾਵਨ ਸਲੋਕ ਹੈ, ਸਾਹਿਬ ਜੀ ਕਹਿੰਦੇ, ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਕਈ ਜਨਮਾਂ ਦੇ ਵਿੱਚੋਂ ਭਟਕ ਲਿਆ, ਪਰ ਜਮ ਕੋ ਤਰਾਸ, ਜਮਾਂ ਦਾ ਡਰ, ਮੌਤ ਦਾ ਡਰ ਖਤਮ ਨਹੀਂ ਹੋਇਆ। ਸਾਹਿਬ ਜੀ ਕਹਿੰਦੇ ਇਹ ਖਤਮ ਹੋ ਸਕਦਾ ਹੈ ਜੇਕਰ ਤੂੰ ਉਸ ਹਰੀ ਨੂੰ ਯਾਦ ਕਰਨਾ ਸ਼ੁਰੂ ਕਰ ਦੇਂ। ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਨਿਰਭੈ ਦਾ ਮਤਲਬ ਹੈ ਜੀ ਫੀਅਰਲੈਸ। ਉਹ ਸਟੇਜ ਤੈਨੂੰ ਜੀਵਨ ਦੇ ਵਿੱਚ ਮਿਲ ਜਾਏਗੀ ਜਿੱਥੇ ਡਰ ਹੀ ਕੋਈ ਨਹੀਂ। ਸਾਧ ਸੰਗਤ ਜੀ, ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ ਇਸ ਪਾਵਨ ਸਲੋਕ ਦੇ ਰਾਹੀਂ, ਇਹ ਆਪਾਂ ਸਾਰਿਆਂ ਨੇ ਸਮਝਣ ਦਾ ਯਤਨ ਕਰਨਾ ਹੈ। ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ, ਜੇਕਰ ਵਿਚਾਰਿਆ ਜਾਵੇ ਤਾਂ ਦੋ ਤਰ੍ਹਾਂ ਦੇ ਡਰ ਨੇ ਮੇਨ ਤੌਰ ਤੇ। ਮੁੱਖ ਦੋ ਤਰ੍ਹਾਂ ਦੇ ਡਰ ਨੇ। ਇੱਕ ਨੂੰ ਕਹਿੰਦੇ ਨੇ ਸੰਸਾਰਿਕ ਡਰ, ਤੇ ਇੱਕ ਹੈ ਨਿਰੰਕਾਰ ਦਾ। ਜਾਂ ਇਹਨੂੰ ਆਪਾਂ ਇੱਦਾਂ ਕਹਿ ਲਈਏ, ਇੱਕ ਹੈ ਸੰਸਾਰੀ ਡਰ, ਦੂਜਾ ਹੈ ਨਿਰੰਕਾਰੀ। ਸੰਸਾਰੀ ਮਤਲਬ ਸੰਸਾਰ ਦਾ ਡਰ, ਨਿਰੰਕਾਰੀ ਦਾ ਮਤਲਬ ਹੈ ਪਰਮਾਤਮਾ ਦਾ ਡਰ। ਜਿਹੜਾ ਸੰਸਾਰ ਦਾ ਡਰ ਹੈ ਨਾ, ਅੱਗੋਂ ਇਹਦੀਆਂ ਕਈ ਕਿਸਮਾਂ ਨੇ, ਕਈ ਤਰ੍ਹਾਂ ਦਾ ਡਰ ਹੈ ਸੰਸਾਰ ਵਾਲਾ। ਇਹਦੇ ਵਿੱਚ ਕੋਈ ਇਨਸਾਨ ਆਪਣੇ ਵੱਡੇ ਤੋਂ ਡਰਦਾ ਪਿਆ ਹੈ,
ਇੱਕ ਛੋਟਾ ਬੱਚਾ ਆਪਣੇ ਮਾਤਾ ਪਿਤਾ ਤੋਂ ਜਾਂ ਆਪਣੇ ਟੀਚਰ ਤੋਂ ਜਾਂ ਆਪਣੇ ਵੱਡੇ ਭਰਾ ਤੋਂ ਭੈਣ ਤੋਂ ਡਰਦਾ ਹੈ। ਇੱਕ ਆਫਿਸ ਦੇ ਵਿੱਚ ਕੰਮ ਕਰਨ ਵਾਲਾ ਆਪਣੇ ਤੋਂ ਵੱਡੀ ਪੋਸਟ ਵਾਲਾ ਜਿਹੜਾ ਹੈ ਉਹ ਤੋਂ ਡਰਦਾ ਹੈ, ਆਪਣੇ ਬੌਸ ਤੋਂ ਡਰਦਾ ਹੈ। ਕੋਈ ਇਨਸਾਨ ਜੀਵਨ ਦੇ ਵਿੱਚ ਕੋਈ ਦੁੱਖ ਨਾ ਆ ਜਾਏ ਇਸ ਗੱਲੋਂ ਡਰ ਰਿਹਾ ਹੈ। ਕਿਸੇ ਨੂੰ ਇਹ ਡਰ ਹੈ ਕਿ ਜਿਹੜੀ ਮੈਂ ਜੀਵਨ ਦੇ ਵਿੱਚ ਪੂੰਜੀ ਕਮਾਈ ਹੈ, ਮਾਇਆ ਇਕੱਠੀ ਕੀਤੀ ਹੈ, ਕਿਤੇ ਇਹ ਗਵਾਚ ਨਾ ਜਾਏ, ਕੋਈ ਇਸ ਨੂੰ ਚੁਰਾ ਕੇ ਨਾ ਲੈ ਜਾਏ, ਇਹ ਵੀ ਡਰ ਹੈ। ਪਰ ਇਹਨਾਂ ਸਾਰੀਆਂ ਡਰਾਂ ਦੇ ਨਾਲੋਂ ਸੰਸਾਰ ਦੇ ਵਿੱਚ ਇੱਕ ਬਹੁਤ ਵੱਡਾ ਡਰ ਹੈ। ਉਸ ਡਰ ਨੂੰ ਕਹਿੰਦੇ ਨੇ ਮੌਤ ਦਾ ਡਰ। ਇਸ ਡਰ ਦੇ ਵਿੱਚ ਹਰ ਇੱਕ ਇਨਸਾਨ ਜਿਉਂਦਾ ਹੈ। ਸ਼ਾਇਦ ਇਸੇ ਕਰਕੇ ਸਤਿਗੁਰਾਂ ਨੇ ਕਿਹਾ ਬਾਣੀ ਦੇ ਵਿੱਚ, ਪਾਤਸ਼ਾਹ ਜੀ ਕਹਿੰਦੇ ਭੈ ਮਰਬੇ ਕਉ ਬਿਸਰਤ ਨਾਹਿਨ। ਭੈ ਦਾ ਮਤਲਬ ਹੈ ਜੀ ਡਰ, ਮਰਬੇ ਕਉ ਮਤਲਬ ਮੌਤ ਦਾ। ਇਨਸਾਨ ਦੇ ਅੰਦਰ ਹਰ ਸਮੇਂ ਇਹ ਚਿੰਤਾ ਲੱਗੀ ਰਹਿੰਦੀ ਹੈ, ਇਹ ਡਰ ਬਣਿਆ ਰਹਿੰਦਾ ਹੈ ਕਿ ਇੱਕ ਦਿਨ ਮੈਂ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਣਾ। ਦੁਨੀਆ ਦਾ ਕੋਈ ਵੀ ਇਨਸਾਨ ਮਰਨਾ ਨਹੀਂ ਜੇ ਚਾਹੁੰਦਾ, ਜਿਹੜਾ ਸੰਸਾਰਿਕ ਤਲ ਤੇ ਜਿਉਂਦਾ ਪਿਆ ਹੈ, ਜਿਹੜਾ ਸੰਸਾਰ ਦੇ ਨਾਲ ਬੜਾ ਅਟੈਚ ਹੋਇਆ ਪਿਆ ਹੈ, ਬੜਾ ਮੋਹ ਪਾ ਕੇ ਬੈਠਾ ਹੈ ਸੰਸਾਰ ਦੇ ਨਾਲ, ਉਹ ਕਦੇ ਵੀ ਮਰਨਾ ਨਹੀਂ ਜੇ ਚਾਹੁੰਦਾ। ਉਹ ਚਾਹੁੰਦਾ ਹੈ ਕਿ ਮੈਂ ਸਦਾ ਹੀ ਜਿਉਂਦਾ ਰਵਾਂ, ਤੇ ਇਸ ਡਰ ਦੇ ਵਿੱਚ ਉਹਦੀ ਜ਼ਿੰਦਗੀ ਬਤੀਤ ਹੁੰਦੀ ਹੈ। ਤੇ ਸਾਹਿਬ ਜੀ ਕਹਿੰਦੇ ਭੈ ਮਰਬੇ ਕਉ ਬਿਸਰਤ ਨਾਹਿਨ ਤਿਹ ਚਿੰਤਾ ਤਨ ਜਾਰਾ। ਇਸੇ ਚਿੰਤਾ ਦੇ ਵਿੱਚ, ਇਸੇ ਡਰ ਦੇ ਵਿੱਚ ਜ਼ਿੰਦਗੀ ਜਿਉਂਦਿਆਂ ਹੋਇਆਂ ਸਰੀਰ ਜਿਹੜਾ ਹੈ ਉਹ ਕਮਜ਼ੋਰ ਹੋਈ ਜਾ ਰਿਹਾ ਹੈ। ਇਨਸਾਨ ਮਰਨਾ ਨਹੀਂ ਚਾਹੁੰਦਾ। ਸਿਕੰਦਰ ਵੀ ਚਾਹੁੰਦਾ ਸੀ ਕਿ ਮੈਨੂੰ ਮੌਤ ਨਾ ਆਵੇ। ਉਸਨੇ ਵੀ ਇੱਕ ਐਸਾ ਪਦਾਰਥ ਲੱਭਣ ਦੀ ਕੋਸ਼ਿਸ਼ ਕੀਤੀ ਜਿਹਨੂੰ ਪੀਣ ਤੋਂ ਬਾਅਦ ਮੌਤ ਹੀ ਨਾ ਆਵੇ। ਕਬੀਰ ਸਾਹਿਬ ਕਹਿੰਦੇ ਇੱਕ ਐਸਾ ਵੈਦ, ਇੱਕ ਐਸਾ ਹਕੀਮ, ਇੱਕ ਐਸਾ ਡਾਕਟਰ ਜਿਸ ਨੇ ਇੱਕ ਮੈਡੀਸਿਨ ਤਿਆਰ ਕੀਤੀ ਤੇ ਇਹ ਦਾਅਵਾ ਕਰ ਦਿੱਤਾ ਕਿ ਜਿਹੜਾ ਵੀ ਇਸ ਨੂੰ ਖਾਏਗਾ ਉਹ ਮਰੇਗਾ ਨਹੀਂ। ਕਿਉਂਕਿ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਨਾ ਜੀ, ਉਹ ਦੇਖਦੇ ਨੇ ਕਿ ਸੰਸਾਰ ਦੇ ਵਿੱਚ ਲੋਕਾਂ ਨੂੰ ਚਾਹੀਦਾ ਕੀ ਹੈ। ਲੋੜ ਨੂੰ ਮੁੱਖ ਰੱਖ ਕੇ ਹਰ ਕੋਈ ਕੰਪਨੀ ਜਿਹੜੀ ਹੈ ਆਪਣਾ ਪ੍ਰੋਡਕਟ ਉਹ ਮਾਰਕੀਟ ਦੇ ਵਿੱਚ ਲੈ ਕੇ ਆਉਂਦੀ ਹੈ। ਜਿਸ ਚੀਜ਼ ਦੀ ਸਾਨੂੰ ਲੋੜ ਕੋਈ ਨਹੀਂ, ਉਹ ਕੰਪਨੀ ਕਦੇ ਵੀ ਪ੍ਰੋਡਕਟ ਮਾਰਕੀਟ ਦੇ ਵਿੱਚ ਲਾਂਚ ਨਹੀਂ ਕਰੇਗੀ। ਜਿਸ ਦੀ ਜ਼ਰੂਰਤ ਹੈ ਉਸ ਨੂੰ ਮੁੱਖ ਰੱਖ ਕੇ ਕੋਈ ਨਾ ਕੋਈ ਪ੍ਰੋਡਕਟ ਜਿਹੜਾ ਕੰਪਨੀ ਬਾਜ਼ਾਰ ਦੇ ਵਿੱਚ ਲੈ ਕੇ ਆਏਗੀ। ਹੁਣ ਸਪੋਜ਼ ਕਰ ਲਓ ਜਿਹੜੀ ਗੱਲ ਕਬੀਰ ਸਾਹਿਬ ਕਹਿੰਦੇ ਪਏ ਨੇ, ਉਸ ਹਕੀਮ ਨੇ, ਡਾਕਟਰ ਨੇ ਸੋਚਿਆ ਹੋਏਗਾ ਕਿ ਦੁਨੀਆ ਦੇ ਲੋਕ ਜਿਹੜੇ ਨੇ ਮੌਤ ਤੋਂ ਡਰਦੇ ਨੇ ਤੇ ਅੱਜ ਤੱਕ ਮੌਤ ਤੋਂ ਬਚਣ ਵਾਸਤੇ ਕੋਈ ਦਵਾ, ਕੋਈ ਮੈਡੀਸਿਨ ਸੰਸਾਰ ਦੇ ਵਿੱਚ ਮੌਜੂਦ ਨਹੀਂ। ਤੇ ਉਸਨੇ ਸੋਚਿਆ ਕਿਉਂ ਨਾ ਮੈਂ ਕੋਈ ਐਸੀ ਦਵਾ, ਐਸੀ ਮੈਡੀਸਿਨ ਤਿਆਰ ਕਰਾਂ ਜਿਸ ਨੂੰ ਖਾਣ ਤੋਂ ਬਾਅਦ ਇਨਸਾਨ ਨੂੰ ਮੌਤ ਹੀ ਨਾ ਆਵੇ। ਬਣਾ ਦਿੱਤੀ ਜੀ, ਉਸਨੇ ਬਣਾਈ ਤੇ ਬਣਾ ਕੇ ਇਹ ਦਾਅਵਾ ਕਰ ਦਿੱਤਾ ਕਿ ਜਿਹੜਾ ਵੀ ਖਾਏਗਾ ਉਸ ਨੂੰ ਮੌਤ ਨਹੀਂ ਆਏਗੀ। ਕਬੀਰ ਸਾਹਿਬ ਨੂੰ ਪਤਾ ਲੱਗਾ ਤੇ ਫਿਰ ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਬੀਰ ਬੈਦ ਕਹੈ ਹਉ ਹੀ ਭਲਾ ਦਾਰੂ ਮੇਰੇ ਵਸ। ਇਹਦਾ ਮਤਲਬ ਹੈ ਕਬੀਰ ਸਾਹਿਬ ਕਹਿੰਦੇ ਡਾਕਟਰ ਨੇ ਕਹਿ ਦਿੱਤਾ ਕਿ ਮੈਂ ਬੜਾ ਸਿਆਣਾ ਵੈਦ ਹਾਂ, ਬੜਾ ਸਿਆਣਾ ਹਕੀਮ ਹਾਂ, ਡਾਕਟਰ ਹਾਂ, ਬੜਾ ਐਕਸਪੀਰੀਅੰਸ ਹੈ ਮੈਨੂੰ। ਦਾਰੂ ਮੇਰਾ ਵਸ। ਦਾਰੂ ਮੇਰਾ ਵਸ ਦਾ ਮਤਲਬ ਹੈ ਕਿ ਇਹ ਜਿਹੜੀ ਦਵਾਈ, ਇਹ ਮੈਡੀਸਿਨ ਮੈਂ ਤਿਆਰ ਕੀਤੀ ਹੈ, ਇਹਦੇ ਉੱਤੇ ਮੈਂ ਦਾਅਵਾ ਕਰਦਾ, ਮੈਨੂੰ ਯਕੀਨ ਹੈ ਕਿ ਜਿਹੜਾ ਵੀ ਇਸ ਨੂੰ ਖਾਏਗਾ ਉਹ ਮਰੇਗਾ ਨਹੀਂ, ਉਸ ਨੂੰ ਮੌਤ ਨਹੀਂ ਆਏਗੀ। ਪਰ ਕਬੀਰ ਸਾਹਿਬ ਨੇ ਉਸ ਨੂੰ ਕੀ ਸਮਝਾਇਆ, ਕਹਿਣ ਲੱਗੇ ਭਲਿਆ ਇਹ ਤਉ ਬਸਤ ਗੋਪਾਲ ਕੀ ਜਬ ਭਾਵੈ ਲੈ ਖਸ। ਇਹ ਸਰੀਰ ਜਿਹੜਾ ਹੈ ਉਹ ਉਸ ਰੱਬ ਦੀ ਇੱਕ ਦਿੱਤੀ ਹੋਈ ਦਾਤ ਹੈ, ਉਹਦੀ ਵਸਤੂ ਹੈ। ਜਦੋਂ ਉਹਦੀ ਮਰਜ਼ੀ ਹੋਈ ਉਦੋਂ ਉਸਨੇ ਇਹ ਵਾਪਸ ਲੈ ਲੈਣੀ ਹੈ। ਜਦੋਂ ਉਹਦੀ ਰਜ਼ਾ ਹੋਈ ਉਹ ਇਸ ਸੰਸਾਰ ਦੇ ਵਿੱਚ ਜੀਵ ਨੂੰ ਭੇਜਦਾ ਹੈ ਤੇ ਆਪਣੀ ਰਜ਼ਾ ਦੇ ਮੁਤਾਬਕ ਹੀ, ਆਪਣੇ ਹੁਕਮ ਦੇ ਮੁਤਾਬਕ ਹੀ ਉਹ ਇਸ ਨੂੰ ਵਾਪਸ ਲੈ ਜਾਂਦਾ ਹੈ। ਨਾ ਜਨਮ ਦੇ ਉੱਤੇ ਕੋਈ ਜ਼ੋਰ ਹੈ ਤੇ ਨਾ ਮੌਤ ਦੇ ਉੱਤੇ ਕੋਈ ਜ਼ੋਰ ਹੈ। ਨਾ ਜਨਮ ਨੂੰ ਕੋਈ ਰੋਕ ਸਕਦਾ ਹੈ ਤੇ ਨਾ ਮੌਤ ਨੂੰ ਕੋਈ ਰੋਕ ਸਕਦਾ ਹੈ। ਜਨਮ ਹੋਵੇ ਤਾਂ ਖੁਸ਼ੀ ਹੈ, ਪਰ ਜਦੋਂ ਮੌਤ ਯਾਦ ਆਉਂਦੀ ਹੈ ਤੇ ਇਨਸਾਨ ਡਰਦਾ ਹੈ। ਬੜਾ ਭਿਆਨਕ ਡਰ ਹੈ ਇਨਸਾਨ ਨੂੰ ਮੌਤ ਦਾ। ਨਹੀਂ ਮਰਨਾ ਚਾਹੁੰਦਾ ਕੋਈ ਵੀ। ਕੋਈ ਇਨਸਾਨ ਬੈੱਡ ਤੇ ਆਖਰੀ ਸਵਾਸ ਚੱਲਦੇ ਪਏ ਨੇ, ਉਹ ਆਖਰੀ ਸਵਾਸਾਂ
ਦੇ ਵਿੱਚ ਵੀ ਇਹ ਆਪਣੇ ਮਨ ਦੇ ਵਿੱਚ ਇੱਛਾ ਰੱਖੇਗਾ ਕਿ ਕੋਈ ਐਸਾ ਤਰੀਕਾ ਹੋਵੇ ਕਿ ਡਾਕਟਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਬਚਾ ਲੈਣ, ਮੈਂ ਸੰਸਾਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ। ਪਰ ਜੇਕਰ ਆਪਾਂ ਹੁਣ ਤੱਕ ਦੇ ਇਤਿਹਾਸ ਨੂੰ ਫੋਲ ਕੇ ਦੇਖੀਏ, ਅੱਜ ਤੱਕ ਕੋਈ ਐਸਾ ਦੁਨੀਆ ਤੇ ਇਨਸਾਨ ਨਹੀਂ ਜਿਹੜਾ ਮਰਿਆ ਨਾ ਹੋਵੇ, ਜਿਸ ਨੂੰ ਮੌਤ ਨਾ ਆਈ ਹੋਵੇ। ਡਰਦਾ ਤਾਂ ਸਾਰਾ ਸੰਸਾਰ ਪਿਆ ਹੈ, ਪਰ ਇਸ ਡਰ ਦੇ ਬਾਵਜੂਦ ਵੀ ਹਰ ਇੱਕ ਇਨਸਾਨ ਹੁਣ ਤੱਕ ਮਰਿਆ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਵੀ ਪੈਦਾ ਹੋ ਰਿਹਾ ਹੈ ਜਾਂ ਪੈਦਾ ਹੋਏਗਾ, ਉਹ ਇੱਕ ਨਾ ਇੱਕ ਦਿਨ ਖਤਮ ਜ਼ਰੂਰ ਹੋਏਗਾ। ਪਰ ਇਹ ਡਰ ਜਿਸ ਦੇ ਵਿੱਚ ਇਨਸਾਨ ਜ਼ਿੰਦਗੀ ਜਿਉਂਦਾ ਪਿਆ ਹੈ ਨਾ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਇਹ ਡਰ ਹੀ ਨਹੀਂ ਖਤਮ ਹੋ ਰਿਹਾ। ਕਿਉਂ ਨਹੀਂ ਖਤਮ ਹੋ ਰਿਹਾ? ਕਿਉਂਕਿ ਅਸੀਂ ਉਸ ਦੇ ਨਾਲ ਜੁੜੇ ਹੀ ਨਹੀਂ ਜਿਸ ਦੇ ਨਾਲ ਜੁੜ ਕੇ ਇਸ ਡਰ ਨੇ ਖਤਮ ਹੋਣਾ ਸੀ। ਕਹਿੰਦੇ ਇੱਕ ਸਾਧੂ ਦਾ ਡੇਰਾ, ਸਮਝਣ ਵਾਸਤੇ ਇੱਕ ਛੋਟੀ ਜੀ ਕਹਾਣੀ ਹੈ ਕਿ ਇਨਸਾਨ ਮਰਨਾ ਨਹੀਂ ਚਾਹੁੰਦਾ, ਡਰਦਾ ਹੈ ਮੌਤ ਤੋਂ, ਤੇ ਮਰਨ ਤੋਂ ਬਚਣ ਵਾਸਤੇ ਹਰ ਇੱਕ ਕੋਸ਼ਿਸ਼ ਕਰਦਾ ਹੈ। ਇੱਕ ਸਾਧੂ ਦਾ ਡੇਰਾ ਹੈ, ਸਵੇਰ ਹੋਈ, ਅੰਮ੍ਰਿਤ ਵੇਲਾ ਕਹਿ ਲਈਏ, ਤੇ ਉਸ ਸਾਧੂ ਦਾ ਇੱਕ ਚੇਲਾ, ਇੱਕ ਸਟੂਡੈਂਟ, ਸਵੇਰੇ ਉਹਨੇ ਹੱਥ ਵਿੱਚ ਗੜਵਾ ਪਕੜਿਆ ਤੇ ਜੰਗਲ ਪਾਣੀ ਚਲਾ ਗਿਆ ਜੀ। ਅਜੇ ਥੋੜੀ ਦੂਰ ਗਿਆ ਹੈ, ਆਪਣੇ ਡੇਰੇ ਤੋਂ ਬਾਹਰ ਨਿਕਲ ਕੇ ਥੋੜੀ ਦੂਰੀ ਤੇ ਗਿਆ ਹੈ, ਤੇ ਪਿੱਛੋਂ ਕਿਸੇ ਨੇ ਉਹਦੇ ਮੋਢੇ ਦੇ ਉੱਤੇ ਹੱਥ ਰੱਖਿਆ। ਕਿਸੇ ਨੇ ਉਹਦੇ ਮੋਢੇ ਦੇ ਉੱਤੇ ਹੱਥ ਰੱਖਿਆ। ਜਦੋਂ ਮੁੜ ਕੇ ਦੇਖਿਆ ਤਾਂ ਪੁੱਛਿਆ ਕੌਣ? ਤੇ ਜਿਸ ਨੇ ਹੱਥ ਰੱਖਿਆ ਸੀ ਮੋਢੇ ਤੇ, ਕਹਿਣ ਲੱਗਾ ਮੈਂ ਮੌਤ ਹਾਂ, ਤੇ ਮੈਂ ਤੈਨੂੰ ਅਲਰਟ ਕਰਨ ਵਾਸਤੇ ਆਇਆ ਕਿ ਸ਼ਾਮ ਨੂੰ ਤੈਨੂੰ ਮੈਂ ਆਪਣੇ ਨਾਲ ਲੈ ਜਾਣਾ। ਹੁਣ ਇਸ ਮੌਤ ਨੂੰ ਆਪਾਂ ਜੰਮ ਵੀ ਕਹਿ ਲਈਏ, ਕਿਉਂਕਿ ਇਹ ਜੰਮ ਲਫ਼ਜ਼ ਸਾਡੇ ਸੋਚ ਦੇ ਵਿੱਚ, ਸਾਡੇ ਦਿਮਾਗ ਦੇ ਵਿੱਚ ਬੁਰੀ ਤਰ੍ਹਾਂ ਧੱਸਿਆ ਪਿਆ ਹੈ ਜੀ, ਜੰਮ। ਉਹ ਕਹਿੰਦਾ ਮੈਂ ਸ਼ਾਮ ਨੂੰ ਆਣ ਕੇ ਤੈਨੂੰ ਲੈ ਜਾਣਾ, ਜੇ ਬਚਣਾ ਚਾਹੁੰਦਾ ਹੈ ਤੇ ਬਚ ਜਾ। ਉਹ ਜਿਹੜਾ ਵਿਚਾਰਾ ਜੰਗਲ ਪਾਣੀ ਵਾਸਤੇ ਜਾ ਰਿਹਾ ਸੀ, ਉਹਨੂੰ ਸਭ ਕੁਝ ਭੁੱਲ ਗਿਆ। ਗੜਵਾ ਪਾਣੀ ਵਾਲਾ ਉੱਥੇ ਹੀ ਸੁੱਟਿਆ। ਗੜਵਾ ਮਤਲਬ ਪਾਣੀ ਵਾਲਾ ਕੋਈ ਬਰਤਨ ਜਿਹਦੇ ਵਿੱਚ ਪਾਣੀ ਲੈ ਕੇ ਉਹ ਜਾ ਰਿਹਾ ਸੀ, ਉੱਥੇ ਹੀ ਸੁੱਟ ਕੇ ਵਾਪਸ ਡੇਰੇ ਭੱਜਾ ਆਇਆ। ਸਾਧੂ ਦੇ ਕੋਲ ਗਿਆ, ਕਹਿਣ ਲੱਗਾ ਸਾਧੂ ਜੀ ਬਚਾ ਲਓ। ਕੀ ਹੋਇਆ? ਮੈਨੂੰ ਜੰਮ ਮਿਲਿਆ ਤੇ ਕਹਿੰਦਾ ਸ਼ਾਮਾਂ ਨੂੰ ਮੈਂ ਤੈਨੂੰ ਲੈ ਜਾਣਾ, ਤੇ ਤੁਸੀਂ ਇੱਦਾਂ ਕਰੋ ਮੈਨੂੰ ਬਚਾਓ। ਕਹਿੰਦਾ ਮੈਂ ਕੀ ਕਰ ਸਕਦਾ? ਕਹਿੰਦੇ ਕਰ ਸਕਦੇ ਹੋ ਕੀ? ਤੁਹਾਡੇ ਕੋਲ ਘੋੜਾ ਹੈ, ਬੜਾ ਤੇਜ਼ ਦੌੜਦਾ ਹੈ, ਉਹ ਘੋੜਾ ਮੈਨੂੰ ਦੇ ਦਿਓ। ਮੈਂ ਉਸ ਘੋੜੇ ਦੇ ਉੱਤੇ ਬੈਠ ਕੇ ਇਸ ਡੇਰੇ ਤੋਂ ਬੜੀ ਦੂਰ ਚਲਾ ਜਾਵਾਂਗਾ। ਜਦੋਂ ਸ਼ਾਮਾਂ ਪੈਣਗੀਆਂ, ਜੰਮ ਆਏਗਾ, ਉਹ ਇਸ ਡੇਰੇ ਦੇ ਵਿੱਚ ਮੈਨੂੰ ਲੱਭਦਾ ਰਹੇਗਾ। ਮੈਂ ਇੱਥੇ ਹੋਵਾਂਗਾ ਹੀ ਨਹੀਂ, ਬਚ ਜਾਵਾਂਗਾ, ਮੈਨੂੰ ਮੌਤ ਨਹੀਂ ਆਏਗੀ। ਜੰਮ ਮੈਨੂੰ ਲੈ ਕੇ ਨਹੀਂ ਜਾ ਸਕਦਾ ਜਦੋਂ ਮੈਂ ਇੱਥੇ ਹੋਵਾਂਗਾ ਹੀ ਨਹੀਂ। ਉਹ ਸਾਧੂ ਮੁਸਕਰਾਇਆ, ਕਿਉਂਕਿ ਪਤਾ ਸੀ ਕਿ ਬਚ ਕੋਈ ਨਹੀਂ ਸਕਦਾ। ਘੋੜਾ ਦੇ ਦਿੱਤਾ। ਉਸ ਚੇਲੇ ਨੇ ਘੋੜਾ ਲਿਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਘੋੜੇ ਨੂੰ ਦੌੜਾਇਆ। ਇੱਕ ਪਲ ਵਾਸਤੇ ਵੀ ਉਹ ਰਸਤੇ 'ਚ ਰੁਕਿਆ ਕਿਤੇ ਨਹੀਂ। ਸ਼ਾਮਾਂ ਪਈਆਂ, ਇੱਕ ਜੰਗਲ ਦੇ ਵਿੱਚ ਪਹੁੰਚਿਆ। ਜੰਗਲ ਦੇ ਵਿੱਚ ਪਹੁੰਚ ਕੇ ਆਸੇ-ਪਾਸੇ ਉਸਨੇ ਦੇਖਿਆ, ਘੋੜੇ ਨੂੰ ਰੋਕਿਆ ਤੇ ਰੋਕ ਕੇ ਹੇਠਾਂ ਉਤਰ ਕੇ ਇੱਕ ਦਰਖਤ ਦੇ ਨਾਲ ਘੋੜੇ ਨੂੰ ਬੰਨ੍ਹਿਆ। ਬੰਨ ਕੇ ਤੇ ਇੱਕ ਸੁੱਖ ਦਾ ਸਾਹ ਲਿਆ। ਸਾਹ ਲੈ ਕੇ ਕਹਿੰਦਾ ਵੀ ਮੈਂ ਬੜੀ ਦੂਰ ਆ ਗਿਆ, ਇੱਥੇ ਉਹ ਜੰਮ ਪਹੁੰਚ ਹੀ ਨਹੀਂ ਸਕਦਾ, ਉਹ ਤਾਂ ਵਿਚਾਰਾ ਮੈਨੂੰ ਉੱਥੇ ਹੀ ਲੱਭਦਾ ਹੋਣਾ। ਅਜੇ ਇੰਨੀ ਕੁ ਗੱਲ ਕਹੀ, ਪਿੱਛੇ ਮੋਢੇ ਤੇ ਫੇਰ ਹੱਥ ਆ ਪਿਆ। ਮੋਢੇ ਤੇ ਹੱਥ ਰੱਖਿਆ, ਪਿੱਛੇ ਮੁੜ ਕੇ ਦੇਖਿਆ ਤੇ ਉਹ ਸਵੇਰ ਵਾਲਾ ਹੀ ਜੰਮ ਪਿੱਛੇ ਖਲੋਤਾ ਸੀ। ਕਹਿਣ ਲੱਗਾ ਮੈਂ ਤਾਂ ਬੜੀ ਦੂਰ ਆ ਗਿਆ ਡੇਰੇ ਤੇ, ਇੱਥੇ ਕਿਵੇਂ ਤੂੰ ਪਹੁੰਚ ਗਿਆ? ਤੇ ਉਹ ਜੰਮ ਅੱਗੋਂ ਕੀ ਕਹਿੰਦਾ ਹੈ? ਕਹਿੰਦਾ ਮੈਂ ਰਾਤ ਦਾ ਸੋਚੀ ਪਿਆ ਕਿ ਤੇਰੀ ਮੌਤ ਇਸ ਜੰਗਲ ਦੇ ਵਿੱਚ ਲਿਖੀ ਹੈ ਸ਼ਾਮ ਦੇ ਟਾਈਮ ਤੇ ਤੂੰ ਸਵੇਰੇ ਉਸ ਡੇਰੇ ਦੇ ਵਿੱਚ ਤੁਰਿਆ ਫਿਰਦਾ। ਮੈਂ ਸੋਚਦਾ ਸੀ ਕਿ ਤੂੰ ਇਸ ਜੰਗਲ ਦੇ ਵਿੱਚ ਕਿਵੇਂ ਪਹੁੰਚੇਗਾ, ਇਸੇ ਕਰਕੇ ਮੈਂ ਤੈਨੂੰ ਸਵੇਰੇ ਮਿਲਿਆ। ਮੈਨੂੰ ਪਤਾ ਸੀ ਕਿ ਤੂੰ ਬਚਣ ਵਾਸਤੇ ਕੋਸ਼ਿਸ਼ ਕਰੇਗਾ, ਯਤਨ ਕਰੇਗਾ, ਦੌੜੇਗਾ, ਇੱਥੇ ਪਹੁੰਚੇਗਾ ਤੇ ਇੱਥੇ ਤੇਰੀ ਮੌਤ ਹੋਏਗੀ। ਸੋ ਕਹਿਣ ਦਾ ਭਾਵ, ਇਹ ਕਹਾਣੀ ਤੋਂ ਕੀ ਸਿੱਖਿਆ ਮਿਲਣੀ ਹੈ ਕਿ ਜਿਹੜੀ ਮੌਤ ਹੈ, ਉਸ ਮੌਤ ਤੋਂ ਬਚਿਆ ਨਹੀਂ ਜਾ ਸਕਦਾ। ਇਹ ਅਟੱਲ ਸੱਚਾਈ ਹੈ, ਯੂਨੀਵਰਸਲ ਟਰੁੱਥ ਹੈ ਇਹ, ਕਿ ਹਰ ਇੱਕ ਨੂੰ ਮੌਤ ਇੱਕ ਨਾ ਇੱਕ ਦਿਨ ਆਉਣੀ ਹੈ। ਪਰ ਇਹ ਡਰ ਅੰਦਰ ਬੈਠਾ ਹੋਇਆ ਇਨਸਾਨ ਦੇ। ਇਸ ਡਰ ਦੇ ਵਿੱਚ ਹੀ ਸਾਰੀ ਜ਼ਿੰਦਗੀ ਜਿਉਂਦਾ ਹੈ। ਸਤਿਗੁਰੂ ਜੀ ਕਹਿੰਦੇ ਇਹ ਤੇਰਾ ਡਰ ਖਤਮ ਹੋ ਸਕਦਾ ਹੈ। ਇਹ ਸੰਸਾਰ ਦਾ ਡਰ ਹੈ ਜੀ,
ਸੰਸਾਰ ਦਾ ਡਰ। ਜੇਕਰ ਤੂੰ ਇਸ ਡਰ ਨੂੰ ਖਤਮ ਕਰਨਾ ਹੈ ਤੇ ਸਤਿਗੁਰੂ ਜੀ ਕਹਿੰਦੇ ਇੱਕ ਤਰੀਕਾ ਹੈ, ਕੇਵਲ ਇੱਕ, ਹੋਰ ਕੋਈ ਦੂਜਾ ਜਾਂ ਤੀਜਾ ਕੋਈ ਤਰੀਕਾ ਨਹੀਂ ਜੇ ਹੈਗਾ, ਇੱਕੋ ਹੀ ਤਰੀਕਾ ਹੈ ਸਤਿਗੁਰੂ ਜੀ। ਉਹ ਕਿਹੜਾ? ਪਾਤਸ਼ਾਹ ਜੀ ਕਹਿੰਦੇ ਤੂੰ ਉਸ ਰੱਬ ਨੂੰ ਯਾਦ ਕਰ। ਜਦੋਂ ਉਸ ਨੂੰ ਯਾਦ ਕਰੇਗਾ ਫਿਰ ਤੇਰੇ ਅੰਦਰੋਂ ਇਹ ਮੌਤ ਦਾ ਡਰ ਵੀ ਖਤਮ ਹੋ ਜਾਏਗਾ। ਬਾਣੀ ਪੜ੍ਹਿਓ ਕਿਤੇ, ਸਾਹਿਬ ਜੀ ਕਹਿੰਦੇ ਡੱਡਾ, ਜਿਹੜਾ ਗੁਰਮੁਖੀ ਦਾ ਅੱਖਰ ਹੈ ਨਾ ਡੱਡਾ, ਉਸ ਡੱਡੇ ਅੱਖਰ ਰਾਹੀਂ ਸਤਿਗੁਰੂ ਜੀ ਸਮਝਾਉਂਦੇ ਪਏ ਨੇ। ਕਹਿੰਦੇ ਡੱਡਾ ਡਰ ਉਪਜੈ ਡਰ ਜਾਈ। ਲਫ਼ਜ਼ ਧਿਆਨ ਨਾਲ ਸੁਣਿਓ, ਡੱਡਾ ਡਰ ਉਪਜੈ। ਡਰ ਉਪਜੈ ਦਾ ਮਤਲਬ ਹੈ ਜੇਕਰ ਤੇਰੇ ਅੰਦਰ ਉਸ ਨਿਰੰਕਾਰ ਦਾ ਡਰ ਉਤਪੰਨ ਹੋ ਜਾਏ, ਪੈਦਾ ਹੋ ਜਾਵੇ। ਦੋ ਤਰ੍ਹਾਂ ਦੇ ਡਰ ਨੇ, ਸੰਸਾਰ ਦਾ ਤੇ ਦੂਜਾ ਨਿਰੰਕਾਰ ਦਾ। ਸੰਸਾਰਿਕ ਡਰ ਦੇ ਵਿੱਚ ਸਾਰਾ ਸੰਸਾਰ ਜਿਉਂਦਾ ਪਿਆ ਹੈ, ਪਰ ਜਿਸ ਦੇ ਅੰਦਰ ਉਸ ਨਿਰੰਕਾਰ ਪਰਮਾਤਮਾ ਦਾ ਵਾਹਿਗੁਰੂ ਦਾ ਡਰ ਪੈਦਾ ਹੋ ਗਿਆ, ਡਰ ਜਾਈ। ਡਰ ਜਾਈ ਦਾ ਮਤਲਬ ਹੈ ਕਿ ਉਹਦੇ ਅੰਦਰੋਂ ਬਾਕੀ ਸਾਰੇ ਡਰ ਖਤਮ ਹੋ ਜਾਣਗੇ। ਜਿਸ ਦੇ ਅੰਦਰ ਰੱਬ ਦਾ ਡਰ ਪੈਦਾ ਹੋ ਗਿਆ, ਉਹਦੇ ਅੰਦਰ ਦੂਜਾ ਡਰ ਕੋਈ ਨਹੀਂ ਜੇ ਰਹਿ ਸਕਦਾ। ਤੇ ਇੱਥੇ ਜਦੋਂ ਰੱਬ ਦੇ ਡਰ ਦੀ ਗੱਲ ਕੀਤੀ ਜਾਂਦੀ ਹੈ ਨਾ ਸਾਧ ਸੰਗਤ, ਤੇ ਇੱਥੇ ਮਤ ਸੋਚਿਓ ਕਿ ਰੱਬ ਬੜਾ ਡਰਾਉਣਾ ਹੈ, ਉਹਦੇ ਡਰ ਦੇ ਵਿੱਚ ਜ਼ਿੰਦਗੀ ਜਿਉਈ ਜਾਏਗੀ ਤਾਂ ਰੱਬ ਸਾਡੇ ਸਿਰ ਦੇ ਉੱਤੇ ਇੱਕ ਸਟਿੱਕ ਹੱਥ ਵਿੱਚ ਪਕੜ ਕੇ ਖਲੋਤਾ ਰਹੇਗਾ, ਉਹ ਸਾਨੂੰ ਡਰਾਏਗਾ। ਐਸਾ ਡਰ ਨਹੀਂ। ਇਸ ਰੱਬ ਦੇ ਡਰ ਦੀ ਡੈਫੀਨੇਸ਼ਨ ਤੁਹਾਨੂੰ ਬਾਣੀ ਦੇ ਵਿੱਚੋਂ ਮਿਲੇਗੀ ਕਿ ਰੱਬ ਦਾ ਡਰ ਅਸਲ 'ਚ ਹੈ ਕੀ, ਕਿਸ ਨੂੰ ਕਹਿੰਦੇ ਨੇ ਰੱਬ ਦਾ ਡਰ। ਇਸ ਰੱਬ ਦੇ ਡਰ ਨੂੰ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਬੜਾ ਪਿਆਰਾ ਲਫ਼ਜ਼, ਬੜਾ ਪਿਆਰਾ ਵਰਡ ਯੂਜ਼ ਕੀਤਾ ਇਸ ਡਰ ਬਾਰੇ। ਜੇਕਰ ਤੁਹਾਨੂੰ ਯਾਦ ਹੋਵੇ, ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਹੈ ਜੀ, ਜਿਹਨੂੰ ਆਪਾਂ ਲਾਵਾਂ ਕਹਿੰਦੇ ਆ, ਆਨੰਦ ਕਾਰਜ ਦੀ ਰਸਮ ਜਿਸ ਬਾਣੀ ਦੇ ਰਾਹੀਂ ਹੁੰਦੀ ਹੈ। ਜਦੋਂ ਉਹ ਬਾਣੀ ਪੜ੍ਹੀਏ, ਲਾਵਾਂ ਦਾ ਪਾਠ ਕਰੀਏ, ਤਾਂ ਸਤਿਗੁਰੂ ਜੀ ਉੱਥੇ ਵਚਨ ਕਰਦੇ ਨੇ, ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਨਿਰਮਲ ਭਉ, ਨਿਰਮਲ ਭਉ ਰੱਬ ਦਾ ਡਰ। ਨਿਰਮਲ ਦਾ ਮਤਲਬ ਹੈ ਚੰਗਾ, ਪਿਓਰ। ਭਉ ਦਾ ਮਤਲਬ ਹੁੰਦਾ ਹੈ ਡਰ। ਜਿਹਦੇ ਅੰਦਰ ਕਹਿੰਦੇ ਇਹ ਨਿਰਮਲ ਭਉ ਪ੍ਰਮਾਤਮਾ ਵਾਲਾ ਪੈਦਾ ਹੋ ਗਿਆ, ਫਿਰ ਉਹਦੇ ਅੰਦਰੋਂ ਡਰ ਜਾਈ, ਸਾਰੇ ਹੀ ਡਰ ਖਤਮ ਹੋ ਜਾਂਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਨਾ ਜੀ ਕਿ ਤਿਸ ਤੇ ਉੱਪਰ ਨਾ ਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ। ਸਤਿਗੁਰੂ ਜੀ ਕਹਿੰਦੇ ਜਿਹਦੇ ਅੰਦਰ ਰੱਬ ਦਾ ਡਰ, ਰੱਬ ਦਾ ਭਉ ਪੈਦਾ ਹੋ ਗਿਆ, ਉਹ ਕਿਸੇ ਤੋਂ ਡਰਦਾ ਨਹੀਂ ਜੇ, ਕਿਸੇ ਵੀ ਚੀਜ਼ ਤੋਂ ਜਾਂ ਕਿਸੇ ਵੀ ਇਨਸਾਨ ਤੋਂ ਉਹ ਡਰਦਾ ਨਹੀਂ ਜੇ। ਤੇ ਇਸ ਨਿਰਮਲ ਭਉ ਨੂੰ ਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕਰਦਿਆਂ ਹੋਇਆ ਬਚਨ ਕਿਹਾ, ਕਹਿਣ ਲੱਗੇ ਰੱਬ ਦੇ ਡਰ ਨੂੰ ਕਿਹਾ ਜਾਂਦਾ ਹੈ ਜੀ ਉਹਦਾ ਹੁਕਮ, ਉਹਦੀ ਰਜ਼ਾ, ਉਹਦਾ ਭਾਣਾ। ਜਿਹੜਾ ਇਸ ਭਾਣੇ ਦੇ ਵਿੱਚ ਆ ਗਿਆ, ਇਸ ਹੁਕਮ ਦੇ ਵਿੱਚ ਆ ਗਿਆ, ਇਹਦਾ ਮਤਲਬ ਹੈ ਕਿ ਉਹਦੇ ਅੰਦਰ ਪਰਮਾਤਮਾ ਦਾ ਡਰ ਪੈਦਾ ਹੋ ਗਿਆ, ਉਹਦੇ ਅੰਦਰ ਨਿਰਮਲ ਭਉ ਪੈਦਾ ਹੋ ਗਿਆ। ਜਿਸ ਤਰ੍ਹਾਂ ਆਸਾ ਕੀ ਵਾਰ ਦੇ ਵਿੱਚ ਆਪਾਂ ਹੁਣੇ ਸਰਵਣ ਕੀਤਾ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭੈ ਵਿੱਚ ਪਵਨ ਵਹਿ ਸਦ ਵਾਉ। ਭੈ ਦਾ ਮਤਲਬ ਵੀ ਡਰ ਹੈ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਭੈ ਦੇ ਵਿੱਚ ਸਾਰਾ ਸੰਸਾਰ ਚੱਲਦਾ ਪਿਆ ਹੈ। ਭੈ ਵਿੱਚ ਪਵਨ ਵਹਿ ਸਦ ਵਾਉ, ਭੈ ਵਿੱਚ ਚੱਲੈ ਲੱਖ ਦਰਿਆਉ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸਤਿਗੁਰੂ ਜੀ ਕਹਿੰਦੇ ਜੋ ਕੁਝ ਵੀ ਪ੍ਰਮਾਤਮਾ ਨੇ ਸਾਜਿਆ, ਹਵਾ, ਪਾਣੀ, ਅੱਗ, ਹਰ ਇੱਕ ਚੀਜ਼ ਉਸ ਪ੍ਰਮਾਤਮਾ ਦੇ ਭੈ ਦੇ ਵਿੱਚ। ਭੈ ਮਤਲਬ ਅਦਬ, ਭੈ ਮਤਲਬ ਹੁਕਮ, ਭਾਣਾ, ਰਜ਼ਾ, ਉਹਦੇ ਡਰ ਦੇ ਵਿੱਚ ਚੱਲਦੀ ਪਈ ਹੈ। ਤੇ ਜੇਕਰ ਇਨਸਾਨ ਵੀ ਉਹਦੇ ਭੈ ਦੇ ਵਿੱਚ ਆ ਜਾਏ, ਇਨਸਾਨ ਦੇ ਅੰਦਰ ਵੀ ਉਹਦਾ ਭੈ ਪੈਦਾ ਹੋ ਜਾਏ, ਪਾਤਸ਼ਾਹ ਜੀ ਕਹਿੰਦੇ ਫਿਰ ਸਾਰੇ ਡਰ ਖਤਮ ਹੋ ਜਾਣਗੇ, ਕੋਈ ਡਰ ਨਹੀਂ ਰਹੇਗਾ। ਤੇ ਜਿਹਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ ਨਾ ਜੀ ਰੱਬ ਦਾ, ਉਹ ਮੌਤ ਤੋਂ ਵੀ ਨਹੀਂ ਜੇ ਡਰਦਾ। ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿ ਰਹੇ ਨੇ? ਕਹਿੰਦੇ ਜਨਮ ਜਨਮ ਭਰ ਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਮੌਤ ਦਾ ਡਰ ਖਤਮ ਨਹੀਂ ਹੋਇਆ, ਕਈ ਜਨਮ ਹੋ ਗਏ ਭਟਕਦਿਆਂ, ਪਰ ਅੱਜ ਤੱਕ ਇਹ ਮੌਤ ਦਾ ਡਰ ਖਤਮ ਨਹੀਂ ਹੋ ਸਕਿਆ। ਕਿਉਂ ਨਹੀਂ ਹੋਇਆ? ਕਿਉਂਕਿ ਜਿੰਨੀ ਵਾਰ ਵੀ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਮੈਂ ਆਇਆ, ਉਤਨੀ ਦਫਾ ਮੈਂ ਸਿਰਫ ਸੰਸਾਰਕ ਡਰ ਦੇ ਵਿੱਚ ਜ਼ਿੰਦਗੀ ਜਿਉਂਦਾ ਰਿਹਾ। ਸਾਹਿਬ ਜੀ ਕਹਿੰਦੇ ਕਹੋ ਨਾਨਕ ਹਰਿ ਭਜ ਮਨਾ, ਨਿਰਭੈ ਪਾਵਹਿ ਬਾਸ। ਹਰੀ ਨੂੰ ਭਜ, ਉਸ ਨੂੰ ਯਾਦ ਕਰ, ਉਹਦੀ ਯਾਦ ਵਿੱਚ, ਉਹਦੇ ਸਿਮਰਨ ਦੇ ਵਿੱਚ ਜੁੜ।
ਜਦੋਂ ਉਹਦੇ ਸਿਮਰਨ ਦੇ ਵਿੱਚ ਜੁੜੇਗਾ ਫਿਰ ਨਿਰਭੈ, ਫੀਅਰਲੈਸ, ਨਿਰਭੈ ਪਾਵਹਿ ਬਾਸ, ਉਹ ਪ੍ਰਮਾਤਮਾ ਜਿਹੜਾ ਆਪ ਨਿਰਭਉ ਹੈ, ਤੂੰ ਉਹਦੇ ਵਿੱਚ ਸਮਾ ਜਾਏਗਾ। ਤੇ ਜਿਸ ਨੇ ਵੀ ਉਸ ਨਿਰਭਉ ਨੂੰ, ਫੀਅਰਲੈਸ ਪ੍ਰਮਾਤਮਾ ਨੂੰ ਸਿਮਰਿਆ ਏ, ਸਤਿਗੁਰੂ ਜੀ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਜਪੈ, ਨਿਰਭਉ ਜਪੈ ਦਾ ਮੀਨਸ ਉਸ ਰੱਬ ਨੂੰ ਯਾਦ ਕਰਨਾ ਜਿਹੜਾ ਆਪ ਨਿਰਭਉ ਹੈ, ਜਿਸ ਨੂੰ ਕਿਸੇ ਦਾ ਕੋਈ ਡਰ ਨਹੀਂ। ਤੇ ਜਿਹੜਾ ਉਹਨੂੰ ਯਾਦ ਕਰੇਗਾ, ਸਗਲ, ਸਗਲ ਦਾ ਮਤਲਬ ਹੈ ਸਾਰੇ, ਆਲ, ਉਹਦੇ ਸਾਰੇ ਡਰ ਸਗਲ ਭਉ ਮਿਟੇ, ਖਤਮ ਹੋ ਜਾਣਗੇ। ਤੇ ਜੇਕਰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇ ਕਿ ਰੱਬ ਦੀ ਯਾਦ ਦੇ ਵਿੱਚ ਜੁੜਿਆ ਹੋਇਆ ਬੰਦਾ, ਉਹਦੇ ਅੰਦਰੋਂ ਡਰ ਖਤਮ ਹੋ ਜਾਂਦੇ ਨੇ ਸਾਰੇ। ਤੇ ਸਾਧ ਸੰਗਤ ਕਿਤੇ ਹਿਸਟਰੀ ਪੜ੍ਹ ਕੇ ਦੇਖ ਲੈਣਾ, ਕਿਸੇ ਵੀ ਸਿੱਖ ਦੇ ਜੀਵਨ ਨੂੰ ਪੜ੍ਹ ਕੇ ਦੇਖ ਲੈਣਾ, ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗੇਗਾ ਕਿ ਜਿਸ ਨੇ ਵੀ ਰੱਬ ਦੇ ਨਾਲ ਆਪਣੇ ਆਪ ਨੂੰ ਕਨੈਕਟ ਕਰ ਲਿਆ, ਜਿਸ ਨੇ ਵੀ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ, ਜਿਸ ਨੇ ਵੀ ਉਸ ਪ੍ਰਮਾਤਮਾ ਦੇ ਭੈ ਨੂੰ ਆਪਣੇ ਅੰਦਰ ਵਸਾ ਲਿਆ, ਉਹ ਸੱਚਮੁੱਚ ਨਿਡਰ ਹੋ ਗਿਆ। ਉਸ ਨੂੰ ਕਿਸੇ ਦਾ ਡਰ ਰਿਹਾ ਹੀ ਕੋਈ ਨਹੀਂ। ਮੌਤ ਦਾ ਡਰ, ਜਿਹੜਾ ਸਭ ਤੋਂ ਵੱਡਾ ਡਰ ਮੰਨਿਆ ਗਿਆ, ਉਹ ਮੌਤ ਦਾ ਡਰ ਵੀ ਉਹਦੇ ਅੰਦਰੋਂ ਖਤਮ ਹੋ ਗਿਆ। ਐਗਜ਼ਾਮਪਲ ਦੇ ਤੌਰ ਤੇ ਸਿੰਘਾਂ ਨੇ ਆਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਖਬਰ ਦਿੱਤੀ, ਕਹਿਣ ਲੱਗੇ ਸਤਿਗੁਰੂ ਜੀ, ਜਿਹੜੇ ਮੁਗਲ ਨੇ, ਇੱਕ ਹਾਥੀ ਨੂੰ ਉਹਨਾਂ ਨੇ ਸ਼ਰਾਬ ਪਿਲਾਈ ਹੈ ਤੇ ਲੋਹੇ ਦੇ ਪੱਤਰੇ ਉਹਦੇ ਅੱਗੇ ਮੜ ਦਿੱਤੇ ਨੇ, ਆਇਰਨ ਸ਼ੀਟਸ ਜਿਹੜੀਆਂ ਨੇ ਹਾਥੀ ਦੇ ਨਾਲ ਮੜ ਦਿੱਤੀਆਂ ਗਈਆਂ ਨੇ, ਜੜ ਦਿੱਤੀਆਂ ਗਈਆਂ ਨੇ। ਨਸ਼ੇ ਦੇ ਵਿੱਚ ਉਸ ਨੂੰ ਫੁੱਲ ਕਰ ਦਿੱਤਾ ਗਿਆ ਹੈ ਸ਼ਰਾਬ ਪਿਲਾ ਕੇ। ਤੇ ਉਹ ਹਾਥੀ ਹੁਣ ਕਿਲੇ ਦਾ ਦਰਵਾਜ਼ਾ ਤੋੜੇਗਾ। ਸਤਿਗੁਰੂ ਜੀ ਕਹਿੰਦੇ ਕੋਈ ਨਾ, ਜੇਕਰ ਉਹ ਹਾਥੀ ਲੈ ਕੇ ਆ ਰਹੇ ਨੇ, ਸਾਡੇ ਕੋਲ ਵੀ ਇੱਕ ਹਾਥੀ ਹੈ। ਸਤਿਗੁਰੂ ਜੀ ਕੌਣ? ਕਹਿੰਦੇ ਉਸ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਦੁਨੀ ਚੰਦ ਕਰੇਗਾ। ਦੁਨੀ ਚੰਦ ਸਰੀਰ ਦਾ ਕਾਫੀ ਭਾਰਾ ਸੀ ਤੇ ਸਤਿਗੁਰੂ ਜੀ ਉਹਨੂੰ ਮਜ਼ਾਕ ਦੇ ਨਾਲ ਹਾਥੀ ਕਹਿੰਦੇ ਨੇ। ਕਹਿੰਦੇ ਇਹ ਉਸ ਹਾਥੀ ਦਾ ਮੁਕਾਬਲਾ ਕਰੇਗਾ। ਡਰ ਗਿਆ, ਕਿਉਂਕਿ ਮੌਤ ਦਾ ਡਰ ਬੜਾ ਭਿਆਨਕ ਹੁੰਦਾ ਹੈ ਨਾ। ਡਰ ਗਿਆ। ਜਦੋਂ ਪਤਾ ਲੱਗਾ ਕਿ ਮੈਨੂੰ ਗੁਰੂ ਸਾਹਿਬ ਨੇ ਮੁਕਾਬਲਾ ਕਰਨ ਵਾਸਤੇ ਭੇਜਣਾ ਹਾਥੀ ਦੇ ਨਾਲ, ਕਿਲੇ ਦੀ ਕੰਧ ਤੋਂ ਛਾਲ ਮਾਰੀ, ਲੱਤ ਟੁੱਟ ਗਈ, ਪਿੰਡ ਗਿਆ, ਉੱਥੇ ਜਾ ਕੇ ਉਹਨੂੰ ਸੱਪ ਲੜਿਆ ਤੇ ਮਰ ਗਿਆ। ਫਿਰ ਵੀ ਜਦੋਂ ਸਤਿਗੁਰਾਂ ਨੂੰ ਦੱਸਿਆ, ਸਤਿਗੁਰੂ ਜੀ ਉਹ ਤਾਂ ਦੌੜ ਗਿਆ। ਸਾਹਿਬ ਜੀ ਕਹਿੰਦੇ ਕੋਈ ਨਾ, ਉਹਦਾ ਮੁਕਾਬਲਾ ਬਚਿੱਤਰ ਸਿੰਘ ਕਰੇਗਾ। ਬਚਿੱਤਰ ਸਿੰਘ, ਭਾਈ ਬਚਿੱਤਰ ਸਿੰਘ ਦਾ ਜੀਵਨ ਪੜ੍ਹੋ ਨਾ, ਤੇ ਸਾਧ ਸੰਗਤ ਕੋਈ 5.5 ਫੁੱਟ ਦਾ ਭਾਈ ਬਚਿੱਤਰ ਸਿੰਘ ਦਾ ਕੱਦ ਸੀ, ਹਾਈਟ। ਸਤਿਗੁਰਾਂ ਨੇ ਉਹਨੂੰ ਨਾਗਨੀ ਵਰਸ਼ਾ ਦਿੱਤਾ, ਇੱਕ ਵੈਪਨ ਦਿੱਤਾ ਜਿਹਨੂੰ ਨਾਗਨੀ ਵਰਸ਼ਾ ਕਹਿੰਦੇ ਨੇ। ਉਹ ਲੈ ਕੇ ਕਿਲੇ ਤੋਂ ਬਾਹਰ ਨਿਕਲਦਾ ਤੇ ਹਾਥੀ ਦੇ ਮੱਥੇ ਦੇ ਵਿੱਚ ਮਾਰਦਾ। ਹੁਣ ਦੇਖੋ, ਆਪਣੇ ਨਾਲੋਂ ਕਈ ਗੁਣਾ ਵੱਡਾ ਹਾਥੀ ਤੇ ਤਾਕਤਵਰ ਵੀ ਜ਼ਿਆਦਾ, ਤੇ ਦੂਜਾ ਉਹਨੂੰ ਸ਼ਰਾਬ ਵੀ ਪਿਲਾਈ ਗਈ ਹੈ, ਤੀਜਾ ਉਹਦੇ ਮੱਥੇ ਦੇ ਉੱਤੇ, ਸਾਈਡਾਂ ਦੇ ਉੱਤੇ ਆਇਰਨ ਦੀਆਂ ਸ਼ੀਟਸ ਵੀ ਲਗਾਈਆਂ ਗਈਆਂ ਨੇ। ਇਤਨੀ ਤਾਕਤ ਹੋਣ ਦੇ ਬਾਵਜੂਦ ਇੱਕ ਆਮ ਨੋਰਮਲ ਜਿਹਾ ਇਨਸਾਨ ਜਿਹੜਾ ਹੈ, ਉਹ ਹਾਥੀ ਦਾ ਮੁਕਾਬਲਾ ਕਰਦਾ ਪਿਆ ਹੈ। ਇਹਨੂੰ ਨਿਡਰਤਾ ਨਹੀਂ ਕਿਹਾ ਜਾਂਦਾ ਤੇ ਹੋਰ ਕੀ ਕਿਹਾ ਜਾਂਦਾ ਹੈ? ਮੌਤ ਦਾ ਡਰ ਹੀ ਨਹੀਂ ਅੰਦਰ। ਹੋ ਸਕਦਾ ਹੈ ਕਿ ਜੇਕਰ ਸਾਡੇ ਵਰਗਾ ਕੋਈ ਇਨਸਾਨ ਹੁੰਦਾ, ਉਹਨੇ ਕਹਿਣਾ ਮੈਂ ਤੇ ਹਾਥੀ ਦੇ ਨਾਲ ਕਿਵੇਂ ਮੁਕਾਬਲਾ ਕਰਾਂਗਾ, ਇਹ ਤੇ ਮਾਰ ਦੇਗਾ ਮੈਨੂੰ। ਪਰ ਨਹੀਂ, ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ, ਜਿਹਦੇ ਉੱਤੇ ਗੁਰੂ ਦੀ ਕਿਰਪਾ, ਰੱਬ ਦੀ ਕਿਰਪਾ ਹੋ ਜਾਏ, ਰੱਬ ਦੇ ਡਰ ਦੇ ਵਿੱਚ ਜਿਹੜਾ ਜ਼ਿੰਦਗੀ ਜਿਉਣੀ ਸਟਾਰਟ ਕਰ ਦਿੰਦਾ ਹੈ, ਸਤਿਗੁਰੂ ਜੀ ਕਹਿੰਦੇ ਉਹ ਵੱਡੀ ਤੋਂ ਵੱਡੀ ਮੁਸ਼ਕਲ ਦੇ ਨਾਲ ਵੀ ਟਕਰਾ ਜਾਂਦਾ। ਉਹਨੂੰ ਡਰ ਹੀ ਕੋਈ ਨਹੀਂ ਰਹਿੰਦਾ। ਭਾਈ ਮਤੀ ਦਾਸ, ਪਤਾ ਹੈ ਜੀ ਮੌਤ ਹੈ ਹੁਣ ਸਾਹਮਣੇ, ਲਾਲਚ ਵੀ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ, ਇਹਦੇ ਬਾਵਜੂਦ ਵੀ ਉਹਨਾਂ ਨੇ ਚੂਜ਼ ਕੀ ਕੀਤਾ? ਮੌਤ। ਕਿਉਂ? ਕਿਉਂਕਿ ਅੰਦਰ ਡਰ ਹੈ ਹੀ ਨਹੀਂ ਮੌਤ ਦਾ। ਮਿਟ ਜਾਂਦਾ ਹੈ ਉਹਨਾਂ ਦੇ ਅੰਦਰੋਂ ਡਰ, ਜਿਹੜੇ ਰੱਬ ਦੇ ਡਰ ਦੇ ਵਿੱਚ ਆ ਜਾਂਦੇ ਨੇ। ਤੇ ਇੱਕ ਗੱਲ ਸਾਧ ਸੰਗਤ ਹੋਰ ਮੈਂ ਕਹਿ ਕੇ ਸਮਾਪਤੀ ਕਰਨੀ ਹੈ। ਯਾਦ ਰਹੇ, ਗੁਰੂ ਸਾਹਿਬ ਦਾ ਬਚਨ ਬਾਣੀ ਦੇ ਵਿੱਚੋਂ ਆਸਾ ਕੀ ਵਾਰ ਦੇ ਵਿੱਚ ਆਪਾਂ ਸਰਵਣ ਕੀਤਾ ਹੈ। ਸਾਹਿਬ ਜੀ ਕਹਿੰਦੇ, ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਇਹ ਦੋ ਲਫ਼ਜ਼ ਨੇ ਸਾਧ ਸੰਗਤ। ਜਦੋਂ ਰਾਗੀ ਸਿੰਘ ਕੀਰਤਨ ਕਰਨਾ ਤੇ ਪੰਕਤੀ ਵੱਲ ਧਿਆਨ ਦਿਆ ਕਰੋ। ਉੱਤੇ ਤੁਹਾਡੇ ਸਾਹਮਣੇ ਸਕਰੀਨ ਤੇ ਵੀ ਇਹ ਡਿਸਪਲੇ ਹੁੰਦੀਆਂ ਨੇ ਪੰਕਤੀਆਂ, ਧਿਆਨ ਦਿਆ ਕਰੋ ਪੰਕਤੀਆਂ ਵੱਲ। ਸਤਿਗੁਰੂ ਜੀ ਕਹਿੰਦੇ, ਨਾਨਕ ਜਿਨ ਮਨ ਭਾਓ
ਜਿਨ੍ਹਾਂ ਦੇ ਮਨ ਦੇ ਵਿੱਚ ਰੱਬ ਦਾ ਡਰ ਹੈ, ਤਿੰਨਾ ਮਨ ਭਾਓ। ਭਉ ਤੇ ਭਾਓ ਦੋ ਵੱਖਰੇ ਵੱਖਰੇ ਸੈਪਰੇਟ ਲਫ਼ਜ਼ ਨੇ। ਭਉ ਦਾ ਮਤਲਬ ਡਰ ਹੁੰਦਾ ਹੈ ਤੇ ਭਾਓ ਦਾ ਮਤਲਬ ਪਿਆਰ ਹੁੰਦਾ ਹੈ। ਜਿਨ੍ਹਾਂ ਦੇ ਅੰਦਰ ਰੱਬ ਦਾ ਭਾਓ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦੇ ਅੰਦਰ ਹੀ ਉਹਦੇ ਪ੍ਰਤੀ ਪਿਆਰ ਪੈਦਾ ਹੋ ਸਕਦਾ ਹੈ। ਇਹਦਾ ਮਤਲਬ ਇਹ ਹੋਇਆ ਕਿ ਜਿਹਦੇ ਅੰਦਰ ਰੱਬ ਦਾ ਡਰ ਨਹੀਂ, ਉਹਦੇ ਅੰਦਰ ਰੱਬ ਦਾ ਪਿਆਰ ਵੀ ਨਹੀਂ। ਜਿਹੜਾ ਰੱਬ ਦੇ ਡਰ ਦੇ ਵਿੱਚ ਜ਼ਿੰਦਗੀ ਨਹੀਂ ਜਿਉਂਦਾ, ਉਹਦੇ ਅੰਦਰ ਰੱਬ ਦੇ ਨਾਲ ਕਦੇ ਪਿਆਰ ਪੈਦਾ ਹੋ ਹੀ ਨਹੀਂ ਸਕਦਾ। ਗੁਰੂ ਨਾਨਕ ਸਾਹਿਬ ਦਾ ਫੈਸਲਾ ਜੇ ਮੇਰਾ ਨਹੀਂ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਜੇਕਰ ਤੂੰ ਆਪਣੇ ਅੰਦਰੋਂ ਡਰ ਖਤਮ ਕਰਨਾ ਹੈ ਮੌਤ ਦਾ, ਜੇ ਤੂੰ ਚਾਹੁੰਦਾ ਹੈ ਕਿ ਮੇਰੇ ਅੰਦਰੋਂ ਇਹ ਡਰ ਖਤਮ ਹੋ ਜਾਏ, ਇਸ ਮੈਥਡ ਨੂੰ ਫੋਲੋ ਕਰ ਲਾ। ਕਿਹੜਾ? ਕਹੋ ਨਾਨਕ ਹਰਿ ਭਜ ਮਨਾ ਨਿਰਭੈ ਪਾਵਹਿ ਵਾਸ। ਹਰੀ ਨੂੰ ਸਿਮਰਨਾ, ਉਹਦੀ ਯਾਦ ਵਿੱਚ ਜੁੜਨਾ ਸਟਾਰਟ ਕਰ ਦੇ, ਤੇਰੇ ਅੰਦਰੋਂ ਸਾਰੇ ਡਰ ਖਤਮ ਹੋ ਜਾਣਗੇ। ਤੂੰ ਵੀ ਉਸ ਰੱਬ ਵਾਂਗ ਫੀਅਰਲੈਸ ਹੋ ਜਾਏਗਾ। ਸਾਧ ਸੰਗਤ, ਇੱਕ ਖਾਸੀਅਤ ਹੈ ਕਿ ਜਦੋਂ ਰੱਬ ਨੂੰ ਜਪਿਆ ਜਾਂਦਾ ਹੈ ਨਾ, ਮੂਲ ਮੰਤਰ ਆਪਾਂ ਪੜ੍ਹਦੇ ਹਾਂ, ਮੂਲ ਮੰਤਰ ਦੇ ਵਿੱਚ ਰੱਬ ਦੇ ਗੁਣਾਂ ਦਾ ਜ਼ਿਕਰ ਕੀਤਾ ਗਿਆ, ਰੱਬ ਦੀਆਂ ਕੁਆਲਿਟੀਜ਼ ਦਾ ਜ਼ਿਕਰ ਕੀਤਾ ਗਿਆ ਹੈ। ਤੇ ਜਦੋਂ ਉਹਨੂੰ ਜਪਦੇ ਆ ਨਾ, ਤੇ ਉਹ ਕੁਆਲਿਟੀਜ਼ ਜਿਹੜੀਆਂ ਮੂਲ ਮੰਤਰ ਦੇ ਵਿੱਚ ਨਿਰਭਉ, ਨਿਰਵੈਰ, ਇਹ ਜਿਹੜੇ ਗੁਣ ਨੇ ਨਾ ਪ੍ਰਮਾਤਮਾ ਦੇ, ਉਹ ਗੁਣ ਸਾਡੇ ਅੰਦਰ ਆ ਜਾਂਦੇ ਨੇ, ਉਹਦੇ ਅੰਦਰ ਆ ਜਾਂਦੇ ਨੇ, ਜਿਹੜਾ ਉਹਨੂੰ ਜਪਣਾ ਸ਼ੁਰੂ ਕਰ ਦਿੰਦਾ ਹੈ। ਤੇ ਜਿਹਨੇ ਜਪਿਆ ਉਹ ਨਿਡਰ ਹੋ ਗਿਆ। ਇਤਿਹਾਸ ਭਰਿਆ ਪਿਆ ਐਸੇ ਗੁਰਮੁਖਾਂ, ਐਸੇ ਸਿੰਘਾਂ ਦੀਆਂ ਐਗਜ਼ੈਂਪਲਸ ਦੇ ਨਾਲ, ਜਿਨ੍ਹਾਂ ਨੇ ਆਪਣੇ ਆਪ ਨੂੰ ਉਸ ਰੱਬ ਦੇ ਭੈ ਦੇ ਵਿੱਚ ਲੈ ਕੇ ਆਂਦਾ ਤੇ ਸੰਸਾਰਿਕ ਡਰ ਤੋਂ ਨਿਰਭੈ ਹੋ ਗਏ। ਇਸੇ ਕਰਕੇ ਸਤਿਗੁਰਾਂ ਨੇ ਵਾਰ-ਵਾਰ ਬਾਣੀ ਦੇ ਵਿੱਚ ਕਿਹਾ ਹੈ ਕਿ ਜਿਹੜਾ ਵੀ ਜਪਦਾ ਹੈ, ਉਹਦੇ ਅੰਦਰੋਂ ਹਰ ਇੱਕ ਤਰ੍ਹਾਂ ਦਾ ਡਰ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਕਿਤੇ ਬਖਸ਼ਿਸ਼ ਕੀਤਾ ਹੋਇਆ ਪਾਵਨ ਵਚਨ ਸਾਡੀ ਸਮਝ ਦੇ ਵਿੱਚ ਆ ਜਾਏ, ਅਸੀਂ ਵੀ ਕਿਤੇ ਰੱਬ ਦੇ ਗੁਰੂ ਦੇ ਹੁਕਮ ਦੇ ਵਿੱਚ ਆ ਕੇ ਨਿਡਰ ਹੋ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ ਜੀ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।